Very good afternoon, students. 8th class ਬੱਚੋ ਅੱਜ ਅਸੀਂ ਕਰਾਂਗੇ ਪਾਠ 20 ਕਿਰਤ ਦਾ ਮੁੱਲ। ਬੱਚੋ ਕਿਰਤ ਦਾ ਮੁੱਲ ਅਸੀਂ ਪਹਿਲੇ ਵੀ 2-3 ਵਾਰੀ ਰਿਵਾਈਜ਼ ਕਰ ਚੁੱਕੇ ਹਾਂ। ਬੱਚੋ ਕਿਰਤ ਦਾ ਕੀ ਅਰਥ ਹੁੰਦਾ ਹੈ? ਮਿਹਨਤ, ਕੜੀ ਮਿਹਨਤ ਕਰਨਾ। ਕਿਰਤ ਦਾ ਮੁੱਲ ਕੀ ਹੁੰਦਾ ਹੈ? ਇਸ ਕਹਾਣੀ ਦੇ ਲੇਖਕ ਬੱਚੋ ਦਰਸ਼ਨ ਸਿੰਘ ਆਸਟ। ਕਹਾਣੀ ਦਾ ਲੇਖਕ ਕੌਣ ਹੈ ਬੱਚੋ? ਦਰਸ਼ਨ ਸਿੰਘ ਆਸਟ। ਇਸ ਪਾਠ ਵਿੱਚ ਲੇਖਕ ਨੇ ਦੱਸਿਆ ਹੈ ਕਿ ਹੱਥੀਂ ਕਿਰਤ ਦਾ ਮੁੱਲ ਜ਼ਰੂਰ ਪੈਂਦਾ ਹੈ। ਕੀ ਭਾਵ ਹੈ ਇਸ ਤੋਂ? ਕਿ ਜਿਹੜਾ ਮਨੁੱਖ ਮਿਹਨਤ ਕਰਦਾ ਹੈ ਉਸ ਨੂੰ ਫਲ ਜ਼ਰੂਰ ਮਿਲਦਾ ਹੈ। ਗਰੀਬ ਦਾਸ ਜੋ ਕਿ ਕਿਰਤ ਦਾ ਮੁੱਲ ਕਹਾਣੀ ਦਾ ਇੱਕ ਮੁੱਖ ਪਾਤਰ ਹੈ, ਜਿਸ ਨੂੰ 10 ਨੂੰਹਾਂ ਦੀ ਕਿਰਤ ਕਰਕੇ ਖਾਂਦਾ ਸੀ ਤੇ ਉਸ ਨੂੰ ਆਪਣੇ ਇਰਾਦੇ ਤੋਂ ਕੋਈ ਵੀ ਦੁਨੀਆ ਦਾ ਦੌਲਤ ਨਾ ਡੁਲਾ ਸਕੀ। ਉਸ ਨੂੰ ਇਸ ਦਾ ਮੁੱਲ ਰਾਜੇ ਦੇ ਦਰਬਾਰ ਵਿੱਚ ਪਿਆ। ਬੱਚੋ ਇਸ ਪਾਠ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜਾ ਮਨੁੱਖ ਮਿਹਨਤ ਕਰਦਾ ਹੈ, ਕੜੀ ਮਿਹਨਤ ਕਰਦਾ ਹੈ, ਉਹ ਹਮੇਸ਼ਾ ਆਪਣੇ ਜੀਵਨ ਵਿੱਚ ਸਫਲ ਹੁੰਦਾ ਹੈ। ਇਸ ਕਹਾਣੀ ਵਿੱਚ ਇੱਕ ਗਰੀਬ ਦਾਸ ਮੋਚੀ ਹੈ, ਜਿਹੜਾ ਕਿ ਪਿੰਡ ਵਿੱਚ ਰਹਿੰਦਾ ਹੈ ਤੇ ਉਹ ਆਪਣੀ ਕਿਰਤ ਕਮਾਈ ਕਰਕੇ ਆਪਣੀ ਜਿਹੜੀ ਰੋਜੀ ਰੋਟੀ ਕਮਾਉਂਦਾ ਹੈ। ਤੇ ਇੱਕ ਦਿਨ ਗਰੀਬ ਦਾਸ ਦੀ ਦੇਸ਼ ਦਾ ਰਾਜਾ ਆਪਣੇ ਵਜ਼ੀਰਾਂ ਨਾਲ ਗੱਲ ਕਰ ਰਿਹਾ ਹੁੰਦਾ ਹੈ ਤੇ ਪ੍ਰਜਾ ਦੀ ਖੁਸ਼ਹਾਲੀ ਬਾਰੇ ਚਰਚਾ ਕਰਦਾ ਹੈ। ਬੈਠੇ ਬੈਠੇ ਜ਼ਿਕਰ ਛਿੜ ਜਾਂਦਾ ਹੈ ਕਿ ਰਾਜ ਵਿੱਚ ਕੋਈ ਵੀ ਬੇਈਮਾਨ ਪੈਦਾ ਨਹੀਂ ਹੋ ਰਿਹਾ। 10 ਨੂੰਹਾਂ ਦੀ ਕਿਰਤ ਤਾਂ ਖਤਮ ਹੁੰਦੀ ਜਾ ਰਹੀ ਹੈ ਤੇ ਲੋਕ ਬੇਈਮਾਨ ਹੋ ਰਹੇ ਹਨ। ਜਦੋਂ ਇਹ ਗੱਲਾਂ ਹੋ ਰਹੀਆਂ ਹੁੰਦੀਆਂ ਹਨ ਤੇ ਇੱਕ ਮੰਤਰੀ ਬੋਲਦਾ ਹੈ ਕਿ ਜਾਪਨਾ ਜੀ ਆਗਿਆ ਹੋਵੇ ਤੇ ਮੈਂ ਕੋਈ ਗੱਲ ਕਵਾਂ। ਤੇ ਰਾਜੇ ਨੇ ਕੁਝ ਉਤਸੁਕ ਬੋਲਿਆ, ਦੱਸੋ। ਮੰਤਰੀ ਹੌਸਲਾ ਕਰਕੇ ਬੋਲਿਆ, ਮਹਾਰਾਜ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਪ ਜੀ ਦੇ ਰਾਜ ਵਿੱਚ ਬੇਈਮਾਨੀ ਫੈਲਣ ਦੀਆਂ ਖਬਰਾਂ ਸੱਚੀਆਂ ਹਨ, ਪਰ ਇਹ ਵੀ ਗੱਲ ਸੱਚ ਹੈ ਕਿ ਬੇਈਮਾਨੀ ਛੋਟੇ ਕਿੱਤੇ ਵਾਲੇ, ਕਿੱਤੇ ਕੀ ਹੁੰਦਾ? ਕੰਮ, ਕਿ ਜਿਹੜੇ ਲੋਕ ਛੋਟਾ ਕੰਮ ਕਰਦੇ ਹਨ ਉਹਨਾਂ ਵਿੱਚ ਘੱਟ ਹੈ ਤੇ ਵੱਡੇ ਲੋਕਾਂ ਵਿੱਚ ਵੱਧ। ਤੇ ਰਾਜੇ ਨੇ ਪੁੱਛਿਆ, ਤੁਸੀਂ ਸਾਫ਼-ਸਾਫ਼ ਕਹੋ ਕੀ ਕਹਿਣਾ ਚਾਹੁੰਦੇ ਹੋ? ਤੇ ਮੰਤਰੀ ਬੋਲਿਆ ਕਿ ਮਹਾਰਾਜ ਪ੍ਰਜਾ ਦੇ ਵਿੱਚ ਇੱਕ ਮੋਚੀ ਹੈ ਗਰੀਬ ਦਾਸ ਦਾ, ਕਿ ਜਿਹੜਾ ਕਿ ਬੜਾ ਇਮਾਨਦਾਰ ਹੈ ਤੇ ਉਸ ਦੀ ਇਮਾਨਦਾਰੀ ਦੀ ਚਰਚਾ ਜਗ੍ਹਾ ਜਗ੍ਹਾ ਫੈਲੀ ਹੋਈ ਹੈ। ਰਾਜੇ ਦੇ ਮਨ ਵਿੱਚ ਉਤਸੁਕਤਾ ਹੋਈ ਕਿ ਕਿਉਂ ਨਾ ਗਰੀਬ ਦਾਸ ਦੀ ਪ੍ਰੀਖਿਆ ਲਿੱਤੀ ਜਾਵੇ। ਤੇ ਰਾਜਾ ਗਰੀਬ ਦਾਸ ਦੀ ਪ੍ਰੀਖਿਆ ਲੈਣ ਲਈ ਇੱਕ ਚੋਰ ਦਾ ਵੇਸ਼ ਬਣਾ ਕੇ ਸਭ ਤੋਂ ਪਹਿਲਾਂ ਗਰੀਬ ਦਾਸ ਕੋਲ ਜਾਂਦਾ ਹੈ ਤੇ ਗਰੀਬ ਦਾਸ ਨੂੰ ਆਖਦਾ ਹੈ ਕਿ ਮੈਂ ਨਾਲ ਦੇ ਜੰਗਲਾਂ ਦੇ ਪਿੰਡ ਦੇ ਨਾਲ ਰਹਿਣਾ ਹਾਂ, ਜੰਗਲਾਂ ਦੇ ਪਰਲੇ ਇਲਾਕੇ ਦਾ ਚੋਰ ਹਾਂ। ਜੇ ਤੂੰ ਮੇਰੇ ਨਾਲ ਚੋਰੀ ਕਰਨ ਲੱਗੇਗਾ ਤੇ ਮੈਂ ਤੈਨੂੰ ਅੱਧਾ ਮਾਲ ਦੇ ਦਿਆ ਕਰਾਂਗਾ। ਪਰ ਗਰੀਬ ਦਾਸ ਨੇ ਉਸ ਦੀ ਗੱਲ ਸੁਣ ਕੇ ਕਿਹਾ ਕਿ ਮੈਂ ਚੋਰੀ ਕਰਕੇ ਕੀ ਕਰਨਾ ਹੈ? ਮੈਂ ਤੇ ਆਪਣੀ ਦਿਨ ਰਾਤ ਦੀ ਮਿਹਨਤ ਕਰਕੇ ਮੈਂ ਆਪਣਾ ਗੁਜ਼ਾਰਾ ਕਰ ਲੈਣਾ ਹਾਂ। ਤੇ ਉਸ ਨੇ ਚੋਰੀ ਕਰਨ ਤੋਂ ਮਨਾ ਕਰ ਦਿੱਤਾ ਤੇ ਰਾਜਾ ਆਪਣੇ ਮਹਿਲ ਵਿੱਚ ਦੁਬਾਰਾ ਆ ਗਿਆ। ਫਿਰ ਵੀ ਰਾਜੇ ਦੇ ਮਨ ਵਿੱਚ ਇਹ ਹਜੇ ਵੀ ਸੀ ਕਿ ਉਹ ਗਰੀਬ ਦਾਸ ਦੀ ਪ੍ਰੀਖਿਆ ਲੈਣਾ ਚਾਹੁੰਦਾ ਹੈ। ਦੂਜੀ ਵਾਰੀ ਰਾਜਾ ਫਿਰ ਇੱਕ ਰਾਜੇ ਦਾ ਵੇਸ਼ ਬਣਾ ਕੇ ਤੇ ਇੱਕ ਹੀਰੇ ਮੋਤੀ ਦੀ ਜੁੱਤੀ ਗੜਨ ਵਾਲੀ ਲੈ ਕੇ ਮੋਚੀ ਕੋਲ ਗਿਆ ਤੇ ਮੋਚੀ ਨੂੰ ਆਖਦਾ ਹੈ ਕਿ ਤੁਸੀਂ ਮੇਰੀ ਇਹ ਜੁੱਤੀ ਗੱਡ ਦਿਓ ਤੇ ਮੈਂ ਥੋੜ੍ਹੀ ਦੇਰ ਤੋਂ ਬਾਅਦ ਇਸ ਨੂੰ ਆ ਕੇ ਲੈ ਜਾਵਾਂਗਾ। ਜਦੋਂ ਰਾਜਾ ਉਸ ਨੂੰ ਜੁੱਤੀ ਦੇ ਕੇ ਚਲਾ ਜਾਂਦਾ ਹੈ ਤੇ ਰਾਜਾ ਥੋੜ੍ਹੀ ਦੇਰ ਬਾਅਦ ਕਹਿੰਦਾ ਹੈ ਕਿ ਮੈਂ ਥੋੜ੍ਹੀ ਦੇਰ ਤੋਂ ਬਾਅਦ ਆਵਾਂਗਾ। ਤੇ ਜਿਹੜਾ ਮੋਚੀ ਹੈ ਉਹ ਉਸ ਜੁੱਤੀ ਨੂੰ ਗੱਡ ਕੇ ਇੱਕ ਸੰਦੂਕ ਦੇ ਵਿੱਚ ਪਾ ਕੇ ਰੱਖ ਦਿੰਦਾ ਹੈ। ਰਾਜਾ ਅਗਲੇ ਦਿਨ ਉਸ ਤੋਂ ਜੁੱਤੀ ਲੈਣ ਆਉਂਦਾ ਹੈ ਤੇ ਉਹ ਕੀ ਵੇਖਦਾ ਹੈ ਕਿ ਜਿਹੜੀ ਜੁੱਤੀ ਹੈ ਉਹ ਉਸੇ ਤਰ੍ਹਾਂ ਦੀ ਹੈ ਤੇ ਉਸੇ ਤਰ੍ਹਾਂ ਦੀ ਸਹੀ ਸਲਾਮਤ ਉਹ ਜੁੱਤੀ ਪਈ ਹੋਈ ਹੈ। ਪਰ ਗਰੀਬ ਦਾਸ ਨੇ ਉਸ ਦੀ ਜੁੱਤੀ ਕੱਢਣ ਦੇ ਲਈ ਉਸ ਦਾ ਕੁਝ ਵੀ, ਰਾਜਾ ਜਦੋਂ ਆਪਣੀ ਜੁੱਤੀ ਵੇਖਦਾ ਹੈ ਤੇ ਉਸ ਦੀ ਜੁੱਤੀ ਨੂੰ ਵੇਖ ਕੇ ਰਾਜਾ ਬੜਾ ਖੁਸ਼ ਹੁੰਦਾ ਹੈ।
ਦੂਜੀ ਵਾਰੀ ਜਦੋਂ ਜੁੱਤੀ ਠੀਕ ਹੋ ਜਾਂਦੀ ਹੈ ਤੇ ਉਸ ਦੇ ਕੋਲ ਰਾਜੇ ਨੇ ਆਪਣੀ ਜੁੱਤੀ ਉਵੇਂ ਹੀ ਸੌਂਪ ਦਿੰਦਾ ਹੈ ਤੇ ਰਾਜਾ ਬੜਾ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਉਹ ਕਿੰਨਾ ਕੁ ਈਮਾਨਦਾਰ ਹੈ, ਕਿੰਨਾ ਕੁ ਨੇਕ ਹੈ, ਇਹ ਸਪਸ਼ਟ ਹੋ ਜਾਂਦਾ ਹੈ। ਫਿਰ ਰਾਜੇ ਨੇ ਗਰੀਬ ਦਾਸ ਨੂੰ ਬੜਾ ਖੁਸ਼ ਹੋਇਆ ਤੇ ਗਰੀਬ ਦਾਸ ਨੂੰ ਰਾਜੇ ਨੇ ਆਪਣੀ ਚੈਨ ਉਤਾਰ ਕੇ ਦੇ ਦਿੱਤੀ, ਪਰ ਗਰੀਬ ਦਾਸ ਨੇ ਉਹ ਸੋਨੇ ਦੀ ਜੰਜੀਰੀ ਵੀ ਲੈਣ ਤੋਂ ਮਨਾ ਕਰ ਦਿੱਤਾ ਤੇ ਕਿਹਾ, ਮਹਾਰਾਜ ਮੈਨੂੰ ਤੇ ਆਪਣੀ ਮਿਹਨਤ ਚਾਹੀਦੀ ਹੈ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਪਰ ਫਿਰ ਵੀ ਰਾਜੇ ਨੇ ਉਸਨੂੰ ਉਸਦੀ ਮਿਹਨਤ ਦਿੱਤੀ ਤੇ ਰਾਜਾ ਮਹਿਲਾਂ ਨੂੰ ਚਲਾ ਗਿਆ। ਫਿਰ ਰਾਜੇ ਨੇ ਆਪਣੇ ਮੰਤਰੀਆਂ ਨੂੰ ਕਿਹਾ ਕਿ ਗਰੀਬ ਦਾਸ ਨੂੰ ਬੜੀ ਮਿਹਨਤ ਦੇ ਨਾਲ, ਬੜੀ ਸ਼ਾਨ ਸ਼ੌਕਤ ਦੇ ਨਾਲ ਰਾਜ ਦਰਬਾਰ ਵਿੱਚ ਲਿਆਇਆ ਜਾਏ। ਗਰੀਬ ਦਾਸ ਨੂੰ ਬੜੀ ਸ਼ਾਨ ਸ਼ੌਕਤ ਦੇ ਨਾਲ ਰਾਜ ਦਰਬਾਰ ਦੇ ਵਿੱਚ ਲਿਆਂਦਾ ਗਿਆ। ਉਸ ਦਾ ਬੜਾ ਮਾਣ ਸਤਿਕਾਰ ਹੋਇਆ ਤੇ ਰਾਜਾ ਨੇ ਉਸ ਨੂੰ ਕਿਹਾ, ਸਦਾ ਲਈ ਮਹਿਲਾਂ ਵਿੱਚ ਰਹਿਣ ਲਈ ਕਿਹਾ। ਪਰ ਗਰੀਬ ਦਾਸ ਨੇ ਕਿਹਾ, ਨਹੀਂ ਮਹਾਰਾਜ, ਮੈਂ ਸਦਾ ਲਈ ਮਹਿਲਾਂ ਵਿੱਚ ਨਹੀਂ ਰਹਿਣਾ ਚਾਹੁੰਦਾ, ਮੈਨੂੰ ਮਾफ़ ਕਰੋ, ਮੈਂ ਤੇ ਆਪਣੇ ਕੰਮ ਰਾਹੀਂ ਹੀ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ ਤੇ ਮੈਨੂੰ ਮਾफ़ ਕਰੋ, ਮੇਰੇ ਕੋਲ ਜੋ ਕੁਝ ਹੈ ਉਹ ਬਹੁਤ ਕੁਝ ਹੈ। ਮੈਨੂੰ ਆਪਣੀ ਮਿਹਨਤ ਦੀ ਕੰਮ ਵਿੱਚ ਹੀ ਬਰਕਤ ਮਿਲੀ ਹੈ। ਜਿੰਨਾ ਸੁੱਖ ਮੈਨੂੰ ਆਪਣੀ ਕਿਰਤ ਵਿੱਚ ਮਿਲਦਾ ਹੈ ਉਹ ਮੈਨੂੰ ਕਿਤੇ ਵੀ ਨਹੀਂ ਮਿਲਦਾ। ਰਾਜਾ ਉਸ ਦੀ ਇਸ ਇਮਾਨਦਾਰੀ ਤੋਂ ਬੜਾ ਖੁਸ਼ ਹੁੰਦਾ ਹੈ ਤੇ ਉਸ ਨੂੰ ਗਰੀਬ ਦਾਸ ਨੂੰ ਭਾਰੀ ਇਨਾਮ ਦੇ ਕੇ ਖੁਸ਼ੀ ਖੁਸ਼ੀ ਵਿਦਾ ਕਰਦਾ ਹੈ। ਇਸ ਪਾਠ ਤੋਂ ਬੱਚੋ ਸਾਨੂੰ ਇਸ ਸਿੱਖਿਆ ਮਿਲਦੀ ਹੈ ਕਿ ਜਿਹੜਾ ਮਨੁੱਖ ਮਿਹਨਤ ਕਰਦਾ ਹੈ, ਕਿਰਤ ਕਰਦਾ ਹੈ, ਉਹ ਆਪਣੇ ਜੀਵਨ ਵਿੱਚ ਸਦਾ ਸਫਲ ਹੁੰਦਾ ਹੈ। ਇਹ ਸੀ ਬੱਚੋ ਇਸ ਪਾਠ ਦੀ ਕਹਾਣੀ। ਬੱਚੋ ਦਸਾਂ ਨੌਆਂ ਦੀ ਕਿਰਤ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਆਖਦੇ ਹਨ ਕਿ ਸਾਨੂੰ ਦਸਾਂ ਨੌਆਂ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ। ਦਸਾਂ ਨੌਆਂ ਦੀ ਕਿਰਤ ਕਮਾਈ ਕੀ ਹੈ? ਈਮਾਨਦਾਰੀ ਦੇ ਨਾਲ ਆਪਣੀ ਰੋਜੀ ਰੋਟੀ ਕਮਾਣਾ, ਜੋ ਕੁਝ ਵੀ ਹੈ ਉਸ ਦੇ ਵਿੱਚ ਸੰਤੁਸ਼ਟ ਰਹਿਣਾ, ਇਹ ਇਸ ਕਹਾਣੀ ਦਾ ਮੁੱਖ ਉਦੇਸ਼ ਹੈ। ਹੁਣ ਬੱਚੋ ਅਸੀਂ ਇਸ ਕਹਾਣੀ ਦੇ ਵੱਡੇ ਪ੍ਰਸ਼ਨ ਉੱਤਰ ਰਿਵਾਈਜ਼ ਕਰਾਂਗੇ। ਇਸ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਕਿਰਤ ਦਾ ਮੁੱਲ ਕਹਾਣੀ ਦਰਸ਼ਨ ਸਿੰਘ ਆਸ਼ੜ ਦੀ ਲਿਖੀ ਹੋਈ ਹੈ। ਇਸ ਪਾਠ ਵਿੱਚ ਦੱਸਿਆ ਗਿਆ ਹੈ ਕਿ ਹੱਥੀਂ ਕਿਰਤ ਦਾ ਮੁੱਲ ਜ਼ਰੂਰ ਪੈਂਦਾ ਹੈ। ਇਸ ਪਾਠ ਵਿੱਚ ਗਰੀਬ ਦਾਸ ਜੋ ਕਿ ਦਸਾਂ ਨੌਆਂ ਦੀ ਕਿਰਤ ਕਰਕੇ ਖਾਂਦਾ ਸੀ, ਉਸਨੇ ਉਸਦੇ ਇਰਾਦੇ ਤੇ ਕੋਈ ਵੀ ਦੁਨੀਆ ਦੀ ਦੌਲਤ ਡੁਲਾ ਨਾ ਸਕੀ। ਉਸ ਨੂੰ ਇਸ ਦਾ ਮੁੱਲ ਰਾਜ ਦੇ ਦਰਬਾਰ ਵਿੱਚ ਹੀ ਮਿਲਿਆ। ਰਾਜੇ ਨੇ ਗਰੀਬ ਦਾਸ ਦੀ ਇਮਾਨਦਾਰੀ ਦੀ ਪ੍ਰੀਖਿਆ ਲਿੱਤੀ, ਪਰ ਉਹ ਆਪਣੀ ਇਮਾਨਦਾਰੀ ਵਿੱਚ ਸਫਲ ਹੁੰਦਾ ਹੈ ਤੇ ਰਾਜੇ ਤੇ ਫਿਰ ਸਾਰਾ ਇਨਾਮ ਅਤੇ ਪੂਰੇ ਰਾਜ ਵਿੱਚ ਸ਼ਾਬਾਸ਼ੀ ਪ੍ਰਾਪਤ ਕਰਦਾ ਹੈ। ਅਗਲਾ ਪ੍ਰਸ਼ਨ ਹੈ ਬੱਚੋ, ਰਾਜੇ ਨੇ ਗਰੀਬ ਦਾਸ ਦੀ ਪ੍ਰੀਖਿਆ ਕਿਵੇਂ ਲਿੱਤੀ? ਰਾਜੇ ਨੇ ਗਰੀਬ ਦਾਸ ਦੀ ਪ੍ਰੀਖਿਆ ਵੱਖ-ਵੱਖ ਰੂਪ ਵਿੱਚ 3 ਵਾਰੀ ਲਿੱਤੀ। ਇੱਕ ਵਾਰੀ ਰਾਜਾ ਚੋਰ ਦੇ ਰੂਪ ਵਿੱਚ ਚੋਰੀ ਕਰਨ ਲਈ ਜਾਂਦਾ ਹੈ, ਪਰੰਤੂ ਮੋਚੀ ਨੇ ਅਜਿਹਾ ਕਰਨ ਤੋਂ ਪੂਰੀ ਤਰ੍ਹਾਂ ਨਾਂਹ ਕਰ ਦਿੱਤਾ। ਦੂਜੀ ਵਾਰੀ ਰਾਜਾ ਉਸ ਦੀ ਪ੍ਰੀਖਿਆ ਲੈਣ ਲਈ, ਉਸ ਦੀ ਆਪਣੀ ਕੀਮਤੀ ਜੁੱਤੀ ਕਢਾਉਣ ਲਈ ਉਸ ਨੂੰ ਦਿੰਦਾ ਹੈ, ਪਰ ਉਹ ਵੀ ਕੀਮਤੀ ਜੁੱਤੀ ਲੈ ਕੇ ਭੱਜ ਜਾਵੇਗਾ, ਪਰੰਤੂ ਇਸ ਵਿੱਚ ਵੀ ਰਾਜੇ ਨੂੰ ਸਫਲਤਾ ਨਹੀਂ ਮਿਲਦੀ। ਤੀਜੀ ਵਾਰ ਰਾਜੇ ਨੇ ਆਪਣੀ ਜੁੱਤੀ ਕਢਵਾਉਣ ਮਗਰੋਂ ਆਪਣੀ ਸੋਨੇ ਦੀ ਜੰਜੀਰੀ ਦੇ ਕੇ ਦਿੱਤੀ, ਪਰੰਤੂ ਮੋਚੀ ਨੇ ਉਹ ਵੀ ਲੈਣ ਤੋਂ ਇਨਕਾਰ ਕਰ ਦਿੱਤੀ। ਇਸ ਤਰ੍ਹਾਂ ਰਾਜਾ ਨੇ ਹਰ ਵਾਰ ਉਸ ਦੇ ਇਰਾਦੇ ਤੋਂ ਭੰਗ ਕਰਨ ਵਿੱਚ ਅਸਫਲ ਰਿਹਾ। ਅਗਲਾ ਪ੍ਰਸ਼ਨ ਹੈ ਬੱਚੋ, ਜਦੋਂ ਚੋਰ ਬਣੇ ਰਾਜੇ ਨੇ ਗਰੀਬ ਦਾਸ ਨੂੰ ਚੋਰੀਆਂ ਕਰਨ ਦੀ ਸਲਾਹ ਦਿੱਤੀ ਤਾਂ ਗਰੀਬ ਦਾਸ ਨੇ ਕੀ ਕੀਤਾ? ਜਦੋਂ ਚੋਰ ਬਣੇ ਰਾਜੇ ਨੂੰ ਗਰੀਬ ਦਾਸ ਨੇ ਚੋਰੀਆਂ ਕਰਨ ਦੀ ਸਲਾਹ ਦਿੱਤੀ ਤਾਂ ਗਰੀਬ ਦਾਸ ਨੇ ਕਿਹਾ ਕਿ ਉਸ ਨੂੰ ਚੋਰੀਆਂ ਕਰਨ ਦੀ ਲੋੜ ਨਹੀਂ ਹੈ। ਰੱਬ ਨੂੰ ਉਸਨੇ 2 ਹੱਥ ਕਮਾਉਣ ਅਤੇ ਖਾਣ ਦੇ ਲਈ ਦਿੱਤੇ ਹਨ, ਫਿਰ ਉਹ ਅਜਿਹਾ ਭੈੜੇ ਕੰਮ ਕਿਉਂ ਕਰੇ? ਉਸਨੇ ਇਹ ਵੀ ਕਿਹਾ, ਜਿਹੜਾ ਬੰਦਾ ਮਿਹਨਤ ਕਰਕੇ ਆਪਣੀ ਰੋਟੀ ਰੋਜੀ ਨਹੀਂ ਕਮਾ ਸਕਦਾ ਉਹ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਉਹ ਆਪਣੇ ਕੰਮ ਤੇ ਮਿਹਨਤ ਤੋਂ ਸੰਤੁਸ਼ਟ ਹੈ, ਉਸ ਨੂੰ ਕੋਈ ਵੀ ਚਿੰਤਾ ਨਹੀਂ ਹੈ, ਇਸ ਲਈ ਉਸ ਨੂੰ ਉਸ ਦੇ ਨਾਲ ਅਜਿਹਾ ਕੰਮ ਕਰਨਾ ਮਨਜ਼ੂਰ ਨਹੀਂ ਹੈ। ਅਗਲਾ ਪ੍ਰਸ਼ਨ ਹੈ ਬੱਚੋ, ਰਾਜੇ ਨੇ ਗਰੀਬ ਦਾਸ ਨੂੰ ਆਪਣੇ ਦਰਬਾਰ ਵਿੱਚ ਕਿਵੇਂ ਲਿਆਂਦਾ?
ਤੇ ਉਸ ਨੇ ਉਸ ਨੂੰ ਕੀ ਪੇਸ਼ਕਸ਼ ਕੀਤੀ, ਅੱਗੇ ਗਰੀਬਦਾਸ ਨੇ ਕੀ ਕਿਹਾ। ਬੱਚੋ ਇੱਕ ਪ੍ਰਸ਼ਨ ਵਿੱਚ ਇਹ 3 ਪ੍ਰਸ਼ਨ ਹਨ। ਰਾਜੇ ਨੇ ਗਰੀਬਦਾਸ ਨੂੰ ਆਪਣੇ ਦਰਬਾਰ ਵਿੱਚ ਬੜੀ ਮਾਣ ਇੱਜ਼ਤ ਦੇ ਨਾਲ ਲਿਆਂਦਾ। ਰਾਜੇ ਨੂੰ ਉਸ ਨੂੰ ਸਦਾ ਲਈ ਮਹਿਲਾਂ ਵਿੱਚ ਰਹਿਣ ਦੀ ਪੇਸ਼ਕਸ਼ ਕੀਤੀ, ਪਰ ਗਰੀਬਦਾਸ ਨੇ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਮਹਾਰਾਜ ਮੈਨੂੰ ਮਾफ़ ਕਰ ਦਿਓ, ਮੈਂ ਆਪਣਾ ਕੰਮ ਬਹੁਤ ਹੀ ਪਿਆਰਾ ਹੈ, ਮੈਂ ਆਪਣੇ ਕੰਮ ਰਾਹੀਂ ਲੋਕਾਂ ਦੀ ਸੇਵਾ ਕਰਕੇ ਹੀ ਕਮਾਈ ਕਰਨਾ ਚਾਹੁੰਦਾ ਹਾਂ, 10 ਨੂੰਹਾਂ ਦੀ ਕਿਰਤ ਦੀ ਕਮਾਈ ਕਰਨਾ ਚਾਹੁੰਦਾ ਹਾਂ ਤੇ ਵਿੱਚ ਮੈਨੂੰ ਬਹੁਤ ਬਰਕਤ ਮਿਲਦੀ ਹੈ। ਜਿਹੜਾ ਸੁੱਖ ਮੈਨੂੰ ਆਪਣੀ ਕਿਰਤ ਕਮਾਈ ਵਿੱਚ ਮਿਲਦਾ ਹੈ ਉਹ 10 ਨੂੰਹਾਂ ਵਿੱਚ ਨਹੀਂ, ਇਸ ਕਰਕੇ ਮੈਨੂੰ ਮਾफ़ ਕਰ ਦਿਓ। ਇਹ ਸ਼ਬਦ ਕਿਸਨੇ ਕਿ ਬੱਚੋ? ਗਰੀਬਦਾਸ ਨੇ ਰਾਜੇ। ਇਹ ਸੀ ਬੱਚੋ ਪਾਠ 20 ਕਿਰਤ ਦਾ ਮੂਲ ਪਾਠ, ਕਹਾਣੀ ਦੇ ਪ੍ਰਸ਼ਨ ਉੱਤਰ ਅਤੇ ਉਸ ਦਾ ਸਾਰ।